ਸਤ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਨੇ ਹੁਕਮਨਾਮਾ ਸ਼ਰਵਨ ਕਰਾਇਆ। ਤੇ ਬੰਦਨਾ ਦੇ ਸ਼ਬਦ ਪੜ੍ਹੇ, ਜਿਸ ਵਿੱਚ ਪੰਕਤੀ ਸੀ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਹ ਪੰਕਤੀ ਕੀ ਕਹਿ ਰਹੀ ਹੈ? ਇੱਕ ਜੋਤ ਉਹ ਹੈ ਜਿਸ ਨੂੰ ਅਸੀਂ ਪਰਮਾਤਮਾ ਵੀ ਕਹਿੰਦੇ ਹਾਂ, ਔਰ ਉਹੀ ਜੋਤ ਜਦੋਂ ਸ਼ਬਦ ਰੂਪ ਵਿੱਚ ਆਉਂਦੀ ਹੈ ਉਸ ਨੂੰ ਗੁਰੂ ਕਹਿੰਦੇ ਹਾਂ। ਔਰ ਉਹੀ ਜੋਤ ਜੋ ਆਪ ਜੀ ਦੇ ਵਿੱਚ ਹੈ ਉਸ ਨੂੰ ਆਤਮਾ ਕਹਿੰਦੇ ਹਾਂ। ਧਿਆਨ ਨਾਲ ਸੁਣਨਾ, ਜੋਤ ਇੱਕੋ ਹੀ ਹੈ ਤੇ ਉਸੇ ਜੋਤ ਨੂੰ ਪਰਮਾਤਮਾ ਕਹਿੰਦੇ ਹਾਂ, ਉਸੇ ਜੋਤ ਨੂੰ ਸ਼ਬਦ ਕਹਿੰਦੇ ਹਾਂ ਗੁਰੂ ਦੇ ਰੂਪ ਵਿੱਚ, ਔਰ ਉਸੇ ਜੋਤ ਨੂੰ ਆਤਮਾ ਕਹਿੰਦੇ ਹਾਂ। ਜਿਹੜੀ ਜੋਤ ਸਾਡੇ ਸਰੀਰ ਵਿੱਚ ਹੈ, ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਹ ਬੰਧਨ ਵਿੱਚ ਹੈ। ਸਰੀਰ ਬੰਧਨ ਹੈ, ਸਰੀਰ ਸੀਮਾ ਹੈ, ਸੀਮਾ ਦੇ ਵਿੱਚ ਹੈ ਆਤਮਾ। ਜਦੋਂ ਇਹ ਸੀਮਾ ਤੋਂ ਬਾਹਰ ਹੋ ਜਾਵੇ, ਅਸੀਮ ਹੋ ਜਾਵੇ, ਫਿਰ ਉਸ ਨੂੰ ਕਹਿੰਦੇ ਹਨ ਪਰਮਾਤਮਾ। ਇਹ ਅਸੀਮ ਹੈ। ਜੋ ਸੀਮਾ ਵਿੱਚ ਹੈ ਉਹ ਆਤਮਾ ਹੈ, ਜੋ ਅਸੀਮ ਹੈ ਉਹ ਪਰਮਾਤਮਾ ਹੈ। ਪਰਮਾਤਮਾ ਹੁਣ ਆਤਮਾ ਦਾ ਪਰਮਾਤਮਾ ਹੋ ਜਾਣਾ, ਸੀਮਿਤ ਦਾ ਅਸੀਮ ਹੋ ਜਾਣਾ, ਉਹਦੇ ਵਾਸਤੇ ਕੀ ਚਾਹੀਦਾ ਹੈ? ਆਪ ਜੀ ਨੂੰ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਇਹ ਜੋ ਸੀਮਿਤ ਆਤਮਾ ਹੈ ਇਹ ਅਸੀਮ ਹੋ ਜਾਵੇ, ਇਹਦੇ ਵਾਸਤੇ ਸ਼ਬਦ ਜੋਤ ਚਾਹੀਦੀ ਹੈ। ਸੂਰਜ ਕਿਰਨ ਮਿਲੇ, ਕਠੋਰ ਮਨ ਨਿਮਰਤਾ ਵਿੱਚ ਆ ਗਿਆ। ਜਦੋਂ ਇਹ ਕਠੋਰ ਮਨ ਪਿਘਲ ਗਿਆ, ਨਿਮਰਤਾ ਦੇ ਘਰ ਵਿੱਚ ਆਇਆ, ਫਿਰ ਸਾਹਿਬ ਨੇ ਕਿਹਾ ਜੋਤੀ ਜੋਤ ਰਲੀ। ਜੋ ਸਾਡੇ ਸਰੀਰ ਦੀ ਜੋਤ ਹੈ, ਆਤਮਾ ਹੈ, ਉਹ ਪਰਮ ਜੋਤ ਨਾਲ ਮਿਲ ਗਈ। ਰਿਜ਼ਲਟ ਕੀ ਨਿਕਲਿਆ? ਸੰਪੂਰਨ ਥਿਆ ਰਾਮ। ਉਹ ਮਨੁੱਖ ਸੰਪੂਰਨ ਹੋ ਗਿਆ, ਆਤਮਾ ਪਰਮਾਤਮਾ ਵਿੱਚ ਮਿਲ ਗਈ। ਕਿਉਂਕਿ ਮੇਰਾ ਮਿੱਤਰ ਹਰਸ਼ਿੰਦਰ ਸਿੰਘ ਜੀ ਮੈਨੂੰ ਗੱਲ ਕਹਿ ਰਹੇ ਸੀ ਕਿ ਹਰਿਮੰਦਰ ਸਾਹਿਬ ਤੋਂ ਸ਼ਬਦ ਪੜ੍ਹੇ ਜਾ ਰਹੇ ਸੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਇਹ ਕਹਿਣ ਲੱਗੇ ਕਿ ਜੰਤਰੀ ਵਿੱਚ ਤਾਂ ਹੈ ਨਹੀਂ, ਪਰ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਦਾ ਦਿਹਾੜਾ ਮਨਾ ਰਹੇ ਨੇ। ਮੈਂ ਕਿਹਾ ਮੈਨੂੰ ਤਾਂ ਖਬਰ ਨਹੀਂ ਹੈ, ਜੰਤਰੀ ਵਿੱਚ ਤਾਂ ਨਹੀਂ ਹੈ, ਕਿਉਂਕਿ ਤਰੀਕਾਂ ਅੱਗੇ ਪਿੱਛੇ ਚਲਦੀਆਂ ਨੇ। ਖੈਰ ਮੈਂ ਉਸ ਪਾਸੇ ਨਾ ਜਾਵਾਂ। ਗੁਰਬਾਣੀ ਦਾ ਭਾਵ ਸਮਝਣਾ ਬਹੁਤ ਜ਼ਰੂਰੀ ਹੈ। ਇਹ ਜੋ ਸਾਡੇ ਸਰੀਰ ਵਿੱਚ ਜੋਤ ਹੈ, ਇਸ ਨੂੰ ਪਰਮ ਦੇ ਨਾਲ ਜੋੜਨਾ ਹੈ। ਜੇ ਪਰਮ ਨਾਲ ਜੋੜਨਾ ਹੈ ਤਾਂ ਵਿਚਕਾਰ ਦੀਵਾਰ ਕੀ ਹੈ? ਆਪ ਜੀ ਨੂੰ ਖਬਰ ਹੈ, ਧਨ ਇਕੱਠਾ ਕਰਨਾ ਹੋਵੇ ਤਾਂ ਸੈਂਕੜਿਆਂ ਰੁਕਾਵਟਾਂ ਆ ਜਾਂਦੀਆਂ ਨੇ। ਜੇ ਕਿਧਰੇ ਕੋਈ ਰੁਤਬਾ ਹਾਸਲ ਕਰਨਾ ਹੋਵੇ ਤਾਂ ਸੈਂਕੜੇ ਦੀਵਾਰਾਂ ਖੜੀਆਂ ਹੋ ਜਾਂਦੀਆਂ। ਜੇ ਕਿਧਰੇ ਨੌਕਰੀ ਲੈਣੀ ਹੋਵੇ ਤਾਂ ਕਿਤਨੇ ਹੀ ਪ੍ਰਤੀਯੋਗੀ ਸਾਡੇ ਸਾਹਮਣੇ ਖੜ ਜਾਂਦੇ ਨੇ, ਕਿਤਨੇ। ਪਰ ਆਪ ਜੀ ਨੂੰ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਨਾਲ ਮਿਲਨ ਕਰਨਾ ਹੋਵੇ ਕੋਈ ਰੁਕਾਵਟ ਨਹੀਂ,
कोई प्रतियोगी नहीं है, कोई दीवार नहीं। आप जी ने कहना ज्ञानी जी जे दीवार ही कोई नहीं है फिर मिलन क्यों नहीं होता। और कुछ ताकि माफ एक गल कहन देना, दीवार तो मुराद है तुसी खुद ही दीवार हो, खुद ही। जिसनों कह सकते हाँ झूठ दी दीवार, जिसनों कह सकते हाँ हौमे दी दीवार, जिसनों असी खड़ी की। मैं एक दान संबंध दे ख्याल पढ़ रहा सी कि जदों मनुख सुन लैंदा है फिर मन भी लैंदा है। मनन तो बाद जिहड़ी तीजी अवस्था होंदी है उत्थे की होंदा है फिर। धन गुरु ग्रंथ साहिब दे बोल आप जी सुनते हो, मनते हो, 100% मनते हो। आप जी कदे ये नहीं कह सकते गुरबाणी दी ये पंक्ति गलत है, नहीं कह सकते। आप जी ने मन लिया। फिर इस तो अगला पड़ाव की है, कहते ने जे किधरे मनुख इस ते कम करे, जो बोल असी मन लैन उस ते कम करे, पर खिमा करना मनुख कम नहीं करता। इसते मनुख की एको ही धुन होंदी है, जो मैं कह रही हाँ वो ठीक है, जो मैं कह रही हाँ वो ठीक है। क्योंकि कई बार जो मैनू कहना पै जाता है कि आप जी जो कह रहे हो कि ठीक है पर गुरबाणी तो ये कह रही है, तो खिमा करना कई बार मैनू कह देंगे ने गुरबाणी नूं एक पासे छड्डो, जो मैं कह रही हाँ ठीक है। बस यही रुकावट है, यही रुकावट। एक कथावाचक हिंदू घराने का सनातन धर्म का कथावाचक जिहड़ा कि बहुत ही श्रोमणी कथावाचक है, अज भी जीवित है। तो इंग्लैंड दे विच वो कथा करदा पिया सी किसी सिख परिवार के घर, ते उसने गल की आखी कि मछली सागर विच है, सागर मछली विच नहीं है। उसने गल आखी मछली सागर विच है, सागर मछली विच नहीं है। असीं परमात्मा दे विच हाँ, परमात्मा साडे विच नहीं है। हुण लखां दी गिणती विच जिसनों सुनन वाले होण, तो वो सिख परिवार गुरबाणी का भी अभ्यासी सी। एक बीबी ने कह दिता कि संत जी गुरु ग्रंथ साहिब दे बोल तां कुछ होर कह रहे ने, सागर में बूंद बूंद में सागर, कि परमात्मा विच असी हाँ, साडे विच परमात्मा है। ओत पोत जिवें सागर बूंदेर। ते उसने की गल आखी भरी संगत विच, उन्होंने किया जे गुरु ग्रंथ साहिब च लिखिया है वो सच है, मैं फिर गलत हाँ, मैं गलत हाँ। ऐसे मनुख नूं कहंदे ने कि सुन के मन के फिर प्रयोग करना कि मैं गलत हाँ या मैं सही हाँ। जिहड़ा मनुख ये कह दवे कि हाँ इत्थे मैं गलत हाँ, कबूल कर लवे, पर मैं अर्ज करा कई बारी हंकार नूं चोट लगती है, मनुख नहीं कह पाता मैं गलत हाँ, नहीं कह पाता। जिहड़ा ये गल कह सकता है कि हाँ इत्थे मैं गलत हाँ, वाकई मैं गलत हाँ, गुरबाणी दे अकॉर्डिंग मैं वाकई गलत हाँ, तो फिर ये तीजा पड़ाओ समझ लवो कि उसने कबूल कर लिया। उस तो बाद फिर मनुख की जिहड़ी चौथी अवस्था होंदी है समाधि की। क्यों? क्योंकि उसने कबूलिया इत्थे मैं गलत हाँ, इत्थे मैं झूठ बोल रहा, इत्थे मैं अपना ईमान डेग दिता है, नहीं डेगना चाहिए सी, फिर समाधि विच जाता है।
ਸਮਾਧੀ ਦੇ ਜਿਹੜੇ ਬੋਲ ਹਨ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬੋਲ ਸਮਾਧੀ ਦੇ ਬੋਲ ਹਨ, ਅਨੁਭਵ ਦੇ ਬੋਲ ਹਨ। ਫਿਰ ਉੱਥੇ ਜੋਤੀ ਜੋਤ ਰਲੀ ਸੰਪੂਰਨ ਥੀ ਹਰ, ਸੰਪੂਰਨ ਹੋ ਗਿਆ। ਇਹ ਜੋ ਰਸ ਹੈ ਇਹ ਉਹੀ ਜਾਣਦਾ ਹੈ ਜਿਨ੍ਹਾਂ ਨੇ ਪੀਤਾ ਹੈ। ਬਿਨਵੰਤ ਨਾਨਕ ਸੋਈ ਜਾਣੇ ਜਿਨ ਇਹ ਹਰ ਰਸ ਪੀਆ। ਅਸਲੀ ਗੱਲ ਉਹੀ ਜਾਣਦਾ ਜਿਨ੍ਹਾਂ ਨੇ ਪੀ ਲਿਆ ਹੈ। ਅੱਜ ਦਾ ਜੋ ਮੁੱਖ ਮਹਾਵਾਕ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਹਨ। ਸਾਹਿਬ ਕਹਿੰਦੇ ਨੇ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵ ਖੰਡਣੇ। ਮੰਨ ਲੈਂਦੇ ਹਾਂ ਕਿ ਇੱਕ ਮਨੁੱਖ ਸਾਰੀ ਪ੍ਰਥਵੀ ਦਾ ਮਾਲਿਕ ਹੋ ਜਾਏ, ਸਾਰੀ ਧਰਤੀ ਦਾ ਹੁਕਮਰਾਨ ਹੋ ਜਾਏ, ਮੇਰਾ ਹੀ ਹੁਕਮ ਚੱਲੇ, ਮੇਰਾ। ਤੇ ਉਸ ਨੂੰ ਕਹਿੰਦੇ ਨੇ ਕਿ ਜੇ ਤੇਰਾ ਹੁਕਮ ਚੱਲੇ ਸਾਰੀ ਧਰਤੀ ਤੇ ਤਾਂ ਤੈਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਜਿਵੇਂ ਮੈਂ ਸਵਰਗ ਵਿੱਚ ਬੈਠਾ ਹੋਇਆ, ਕਿਉਂਕਿ ਤੇਰਾ ਹੁਕਮ ਚੱਲਦਾ ਹੈ। ਪਰ ਆਪ ਜੀ ਨੂੰ ਮੈਂ ਇੱਕ ਹੋਰ ਅਰਜ਼ ਕਰਾਂ, ਮਨੁੱਖ ਕਿਤਨਾ ਵੀ ਹੁਕਮਰਾਨ ਹੋ ਜਾਵੇ, ਮਨੁੱਖ ਦਾ ਹੁਕਮ ਮਨੁੱਖ ਤੇ ਚੱਲ ਸਕਦਾ ਹੈ ਪਰ ਪਸ਼ੂ ਪੰਛੀਆਂ ਤੇ ਨਹੀਂ ਚੱਲ ਸਕਦਾ। ਮਨੁੱਖ ਦਾ ਹੁਕਮ ਮਨੁੱਖ ਤੇ ਤਾਂ ਚੱਲ ਸਕਦਾ ਹੈ ਪਰ ਸੂਰਜ ਚਾਂਦ ਤੇ ਨਹੀਂ ਚੱਲ ਸਕਦਾ। ਮਨੁੱਖ ਦਾ ਹੁਕਮ ਮਨੁੱਖ ਤੇ ਚੱਲ ਸਕਦਾ ਹੈ ਪਰ ਵਗਦੇ ਹੋਏ ਦਰਿਆਵਾਂ ਤੇ ਨਹੀਂ ਹੋ ਸਕਦਾ ਕਿ ਮੇਰਾ ਹੁਕਮ ਹੈ ਇਹ ਵਗਦਾ ਹੋਇਆ ਦਰਿਆ ਇਹ ਰੁਕ ਜਾਏ, ਨਹੀਂ ਹੋ ਸਕਦਾ। ਇਹ ਸਫ਼ਰ ਕਰਦਾ ਹੋਇਆ ਸੂਰਜ ਰੁਕ ਜਾਏ, ਮੇਰਾ ਹੁਕਮ ਹੈ, ਨਹੀਂ ਹੋ ਸਕਦਾ, ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦਾ। ਪਰ ਜੇ ਕਿਧਰੇ ਮੈਂ ਅਰਜ਼ ਕਰਾਂ, ਸੰਤਾਂ ਦੀ ਗੱਲ ਕਰਾਂ, ਮਹਾਂਪੁਰਸ਼ਾਂ ਦੀ ਗੱਲ ਕਰਾਂ, ਉਹਨਾਂ ਦਾ ਹੁਕਮ ਮਨੁੱਖ ਤਾਂ ਮੰਨਦੇ ਹੀ ਨੇ, ਉਹਨਾਂ ਦਾ ਹੁਕਮ ਜਾਨਵਰ ਵੀ ਮੰਨਦੇ ਨੇ। ਇਹ ਹਕੀਕਤ ਹੈ ਸੰਤਾਂ ਮਹਾਂਪੁਰਸ਼ਾਂ ਦਾ। ਇਤਿਹਾਸ ਲਿਖਦਾ ਹੈ, ਸੰਤ ਅਤਰ ਸਿੰਘ ਜੀ ਜਦੋਂ ਹਜ਼ੂਰ ਸਾਹਿਬ ਜਾ ਰਹੇ ਸੀ, ਆਪ ਜੀ ਨੇ ਪੈਦਲ ਸਫ਼ਰ ਕੀਤਾ। ਪੈਦਲ ਕਹਿੰਦੇ ਨੇ ਵਿਚਕਾਰ ਜੰਗਲ ਦੇ ਵਿੱਚ ਸ਼ੇਰ ਵੀ ਮਿਲੇ ਹਨ, ਅੱਖ ਦੇ ਨਾਲ ਅੱਖ ਮਿਲੀ ਹੈ, ਪਾਸਾ ਕਰ ਗਏ ਨੇ ਸ਼ੇਰ। ਅੱਖਾਂ ਦਾ ਇਸ਼ਾਰਾ ਹੀ ਬਹੁਤ ਹੈ, ਪਾਸੇ ਹੋ ਗਏ। ਕਿਉਂਕਿ ਜਿਹੜੀ ਜੋਤ ਸ਼ੇਰ ਦੇ ਵਿੱਚ ਹੈ ਉਹੀ ਜੋਤ ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਹੈ, ਉਹੀ ਜੋਤ ਆਪ ਜੀ ਦੇ ਵਿੱਚ ਹੈ। ਹੁਣ ਆਪ ਜੀ ਨੇ ਕਹਿਣਾ, ਗਿਆਨੀ ਜੀ ਉਹਨਾਂ ਦੀ ਗੱਲ ਪਸ਼ੂ ਪੰਛੀ ਵੀ ਮੰਨਦੇ ਨੇ, ਪਰ ਸਾਡੀ ਗੱਲ ਤਾਂ ਸਾਡੇ ਬੱਚੇ ਵੀ ਨਹੀਂ ਮੰਨਦੇ। ਉਹਦਾ ਇੱਕ ਕਾਰਨ ਹੈ, ਜਦੋਂ ਸਾਡੇ ਵਿੱਚ ਵੀ ਉਹੀ ਜੋਤ ਹੈ, ਸੰਤਾਂ ਵਿੱਚ ਵੀ ਉਹੀ ਜੋਤ ਹੈ, ਬੁੱਧ ਪੁਰਸ਼ਾਂ ਵਿੱਚ ਵੀ ਉਹੀ ਜੋਤ ਹੈ, ਫਿਰ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ, ਸਾਡੀ ਨਹੀਂ ਮੰਨੀ ਜਾਂਦੀ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਉਹਨਾਂ ਸੰਤਾਂ ਮਹਾਂਪੁਰਸ਼ਾਂ ਨੇ ਉਸ ਜੋਤ ਨੂੰ ਪ੍ਰਗਟ ਕਰ ਲਿਆ ਹੈ ਗਾ ਗਾ ਕੇ। ਸਾਡੇ ਸਰੀਰ ਵਿੱਚ ਜਿਹੜੀ ਜੋਤ ਹੈ, ਉਸ ਜੋਤ ਦੇ ਆਲੇ ਦੁਆਲੇ ਇੱਕ ਕਠੋਰ ਪਰਤ ਛਾਈ ਹੋਈ ਹੈ, ਜੋ ਕਿ ਉਸ ਪ੍ਰਕਾਸ਼ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰਤ। ਆਪ ਜੀ ਨੇ ਫਾਨੂਸ ਦੇਖੇ ਹੋਣਗੇ ਕਿ ਕਿਧਰੇ ਉਹ ਜੋਤੀ ਬੁਝ ਨਾ ਜਾਵੇ, ਇਸ ਕਰਕੇ ਉਹਦੇ ਉੱਪਰ ਕੋਈ ਕਵਰ ਹੁੰਦਾ ਹੈ। ਸਾਡੇ ਆਲੇ ਦੁਆਲੇ ਵੀ ਇੱਕ ਪਰਤ ਹੈ, ਬਹੁਤ ਕਠੋਰ, ਬਹੁਤ ਕਠਿਨ ਪਰਤ ਹੈ। ਉਸ ਨੂੰ ਆਪ ਜੀ ਕੁਛ ਵੀ ਕਹਿ ਲਵੋ, ਝੂਠ ਦੀ ਪਰਤ ਕਹਿ ਲਵੋ, ਈਰਖਾ ਦੀ ਪਰਤ ਕਹਿ ਲਵੋ, ਕੁਛ ਵੀ ਕਹਿ ਲਵੋ। ਕਹਿੰਦੇ ਨੇ ਕਿ ਜਦੋਂ ਇੱਕ ਜੋਤ ਪ੍ਰਗਟ ਹੁੰਦੀ ਹੈ, ਕੋਈ ਜਦੋਂ ਸੰਤ ਬਣਦਾ ਹੈ, ਸੰਤ ਦੀ ਅਵਸਥਾ 'ਤੇ ਪਹੁੰਚਦਾ ਹੈ, ਉਸ ਨੂੰ ਫਿਰ ਸਾਰੇ ਹੀ ਸੰਤ ਦਿਸਦੇ ਨੇ। ਬ੍ਰਹਮ ਦੀਸੈ ਬ੍ਰਹਮ ਸੁਣੀ ਹੈ, ਏਕੋ ਏਕ ਵਖਾਣੀ ਹੈ। ਉਸ ਨੂੰ ਸਾਰੇ ਹੀ ਬ੍ਰਹਮ ਦਿਸਦੇ ਨੇ, ਸਾਰੇ।
ਔਰ ਜਿਹੜਾ ਅਸੰਤ ਹੈ, ਔਰ ਗੁਸਤਾਖੀ ਮਾਫ, ਜਿਵੇਂ ਆਪ ਜੀ ਕਈ ਵਾਰ ਕਹਿੰਦੇ ਹੋ, ਸਾਰੇ ਵਿਦਵਾਨ ਕਹਿੰਦੇ ਨੇ ਕਿ ਜਿਸ ਰੰਗ ਦਾ ਚਸ਼ਮਾ ਪਾਇਆ ਹੋਵੇ ਖਲਕਤ ਉਸੇ ਤਰ੍ਹਾਂ ਦਿਸਦੀ ਹੈ। ਕਾਲੇ ਰੰਗ ਦਾ ਚਸ਼ਮਾ ਸਭ ਕੁਝ ਕਾਲਾ ਦਿਸੇਗਾ। ਮਨੁੱਖ ਦੀ ਬਿਰਤੀ ਕਾਲੀ ਹੈ, ਸਾਰੇ ਕਾਲੇ ਦਿਸਣਗੇ। ਮਨੁੱਖ ਦੀ ਬਿਰਤੀ ਚੋਰ ਬਿਰਤੀ ਹੈ, ਸਾਰੇ ਚੋਰ ਦਿਸਣਗੇ। ਮਨੁੱਖ ਦੀ ਬਿਰਤੀ ਸੰਤ ਬਿਰਤੀ ਹੈ, ਸਾਰੇ ਸੰਤ ਦਿਸਣਗੇ, ਸਾਰੇ ਸੰਤ ਦਿਸਦੇ। ਤੋ ਸੰਤਾਂ ਮਹਾਂਪੁਰਸ਼ਾਂ ਦਾ ਹੁਕਮ ਪਸ਼ੂ ਪੰਛੀ ਜਾਨਵਰ ਵੀ ਮੰਨਦੇ ਨੇ। ਈਰਾਨ ਦੀ ਸੂਫੀ ਫਕੀਰ ਹੋਈ ਰਾਬੀਆ, ਉਹ ਜਦੋਂ ਬੈਠ ਕੇ ਜਪ ਕਰਦੀ ਸੀ, ਉਹਦੇ ਆਲੇ ਦੁਆਲੇ ਤਮਾਮ ਜਾਨਵਰ ਆ ਕੇ ਬੈਠ ਜਾਂਦੇ ਸੀ। ਜਦੋਂ ਉਹ ਨਦੀ ਪਾਰ ਕਰਦੀ ਸੀ, ਨਦੀ ਦੀਆਂ ਸਾਰੀਆਂ ਮੱਛਲੀਆਂ ਇਕੱਠੀਆਂ ਹੋ ਕੇ ਰਾਬੀਆ ਦਾ ਰਸਤਾ ਘੇਰ ਲੈਂਦੀਆਂ ਸਨ। ਤੇ ਇੱਕ ਮਛੁਆਰੇ ਨੇ ਜਦੋਂ ਦੇਖਿਆ, ਉਹ ਰਾਬੀਆ ਨੂੰ ਕਹਿੰਦਾ, ਰਾਬੀਆ ਤੂੰ ਰੋਜ਼ ਕਿਰਪਾ ਕਰਿਆ ਕਰ, ਤੂੰ ਨਦੀ ਦੇ ਵਿੱਚ ਕਦਮ ਰੱਖਿਆ ਕਰ, ਜਿਵੇਂ ਮੱਛੀਆਂ ਇਕੱਠੀਆਂ ਹੋਣਗੀਆਂ ਮੈਂ ਜਾਲ ਵਿੱਚ ਫਸਾ ਲਿਆ ਕਰਾਂਗੇ। ਰਾਬੀਆ ਕਹਿੰਦੀ ਹੈ, ਜੇ ਕਿਧਰੇ ਮੇਰੇ ਮਨ ਵਿੱਚ ਵੀ ਇਹ ਖਿਆਲ ਆ ਜਾਵੇ ਤਾਂ ਇੱਕ ਮਛਲੀ ਵੀ ਇੱਥੇ ਨਹੀਂ ਆਏਗੀ। ਮਛਲੀਆਂ ਨੂੰ ਵੀ ਖਬਰ ਹੈ ਕੋਈ ਸਾਧਿਕਾ ਜਾ ਰਹੀ ਹੈ। ਮਛਲੀਆਂ ਨੂੰ ਵੀ ਖਬਰ ਹੈ ਕਿ ਕੋਈ ਮਛੁਆਰਾ ਨਦੀ ਵਿੱਚ ਜਾ ਰਿਹਾ ਹੈ, ਦੂਰ ਰਹਿਣਾ ਇਸ ਤੋਂ, ਕਿਉਂਕਿ ਜੋਤ ਤਾਂ ਇੱਕੋ ਹੀ ਹੈ, ਸਮਝ ਆ ਜਾਂਦੀ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਬਸੰਤ ਸਵਰਗ ਲੋਕੈ ਜਿਤ ਤੇ ਪ੍ਰਥਵੀ ਨਵ ਖੰਡਨੈ। ਸਾਰੀ ਧਰਤੀ ਨੂੰ ਜਿੱਤ ਲਵੇ, ਸਾਰੀ ਧਰਤੀ ਦਾ ਹੁਕਮਰਾਨ ਹੋ ਜਾਵੇ, ਔਰ ਇਸ ਤਰ੍ਹਾਂ ਸਮਝੇ ਕਿ ਜਿਵੇਂ ਮੈਂ ਸਵਰਗ ਵਿੱਚ ਹਾਂ। ਲੇਕਿਨ ਬਿਸਰਨ ਵਿਸਰ ਜਾਂਦਾ। ਗੋਪਾਲ ਕਦ ਵਿਸਰਦਾ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਬੋਲਾ, ਜੋਬਨ ਧਨ ਪ੍ਰਭु ताके मद में अहनिस रहे दीवाना। दिन और रात मनुख दीवाना हो जाता है। जोबन शारीरिक तल ते होवे ਜਾਂ ਮਾਨਸਿਕ ਤਲ ਤੇ ਹੋਵੇ, ਮਨੁੱਖ ਦੀਵਾਨਾ ਹੈ। शारीरिक तल तो मुराद कि हकीकत विच मनुख जवान होवे, जवानी होवे, जोबन होवे, हकीकत विच ये शारीरिक तल है। और कई बार ऐसा भी होता है कि तन तो बड़ा हो जाता है लेकिन मानसिक तल ते जोबन बैठा होया है। किसी बुजुर्ग को कह दो तू बड़ा हो गया है, वो कहेगा बड़ा हाले जवान। समझ लवो कि वो जोबन ਉਹਦੇ मानसिक तल ते बैठा हुआ है, मन ते बैठा हुआ है, कमला हो जाता है। धन मनुख दे कोल होवे ਜਾਂ धन मनुख दी विचारधारा विच होवे। धन है नहीं पर विचारां विच धन है, मैं इकट्ठा करना है, हाले कुछ कीता नहीं है, मैं इकट्ठा करना है। एक बच्चे ਨੂੰ मैं सवाल किया, थोड़ी जी गल कुछ ऐसी हो गई, वो बहस करन लगा तो मैनू कहता कि तेनू पता नहीं मैं कौन हाँ। मैं क्या दसो तू कौन है? कहने लगे मैं बहुत वड्डा धनवान हाँ, मेरे को बहुत सारी दौलत है। मैं क्या कित्थों आ गई दौलत तेरे कोलों? तो वो मैनू किताब दिखा के कहना देख हुण मैं किताब पढ़दा पिया, कौन बनेगा करोड़पति। हाले बनिया नहीं, किताब पढ़ता पिया है, विचारां विच धन है तो भी अकड़ आ गई। प्रभुता मनुख दे कोल होवे, रुतबा मनुख दे कोल होवे तां भी हंकार आ जांदा है। प्रभुता ना होवे, प्रभुता विचारां विच होवे तां भी अहनिस रहे दीवाना, कमला हो जाता है। पर एक गल मैं होर कह देवां,
मैं कितने ही ऐसे जोबन वाले वेखे ने खूबसूरत, जिन्हां दी कंचन वर्गी काया पर निमरता दे घर विचरण। मैं ऐसे भी धनवान पुरुष देखे ने जिन्हां दे कोल धन दे अंबार लगे हुए ने, लेकिन उन्होंने मैं निमरता दे घर विच देखिया। कितने ही ऐसे प्रभुता वाले लोग जिन्हां दे कोल प्रभुता बहुत कमाल दी है, लेकिन उन्हों का मन देखिया निमरता दे घर विच है। पर ऐसे बहुत थोड़े होंदे ने, बहुत थोड़े। आप जी दे कोल धन होवे, शेख शादी साहब कहते सी, आप जी दे कोल धन होवे, जोबन होवे, रुतबा होवे, तो इस तरह ना चलना कि कोई मनुख मजबूर हो जाए तुहानू नमस्कार करने वास्ते, मजबूर हो जाए। नहीं, मौज विच रहना। तो साहिब कहते ने, बिसरंत हर गोपाले, गोपाल विसर जाता है, विसर जाता है। गुरु नानक साहिब का गुरपुरब आप जी मनाओगे, तो गुरु नानक साहिब महाराज नू किसी ने आके कहा मेरी भेंट कबूल करो। अज भी उत्थे गुरुद्वारा बनया होया है, भेंट कबूल करो। गुरु नानक साहिब महाराज कहन लगे भेंट की है? कहन लगे भेंट है झूठ, हेरा फेरी, धोखा। गुरु नानक साहिब इनकारी हो गए, नहीं चाहिए भेंट। पर ये दस तू है कौन? कौन है तू? आप जी ने इतिहास सुनिया होगा कि गुरु नानक साहिब की मुलाकात कलयुग नाल हुई। कलयुग वो की कहता है कि मैं तेनों मोती दे महल उसार के दवांगा, कबूल कर ले। गुरु नानक साहिब कहन लगे नहीं, नहीं चाहिए मोती दे महल, हीरियां दे महल नहीं चाहिए। सारी दी सारी धरती तेनों हीरे नाल जड़ दवां? कहन लगे नहीं, क्योंकि मैनू पता है किधरे ऐसा ना होवे इन्हां नू देख के मैं रब नू भुल जावां। मत देख भूला विसरै, तेरा चित ना आवे नाउ, मैं की करांगा मोती दे महल नू, हीरे मोतियां नू मैं की करांगा? जे तू ही विसर गया मैं की करांगा? फिर कहन लगे बहुत सोहणियां मोहणियां मैं तेरे सामने हाजिर करा तेरी सेवा विच। कहन लगे नहीं, नहीं चाहिए। तेनों रिधियां सिद्धियां दा मालिक बना दवां? कहन लगे नहीं, चंगा फिर तेनों मैं सुल्तान बना दवां। कहन लगे जे किधरे तुसी मैनू सुल्तान भी बना दिता, मेरे नाल लाओ लश्कर भी होवे, मैं तखत ते पैर भी रखा, सारियां ते मेरा हुक्म भी चले, पर जे किधरे मैनू मेरा रब ही भुल गया, मैं सुल्तान बन के करना की कर? मत देख भूला विसरै, तेरा चित न आवे ना हो। एक शब्द विच एक पंक्ति 4 बार आई है, इको ही पंक्ति, मत देख भूला विसरै, मत देख भूला विसरै, मत देख भूला विसरै, 4।